रही है। मैं दिल्ली तो कोचिंग ले रही हूँ। अच्छा। हाँ जी, एज अ जज फिर मैं कॉम्पिटिटिव एग्जाम दूंगी। ਉਸ ਤੋਂ ਇਲਾਵਾ ਐਜ਼ ਅ ਸੋਸ਼ਲ ਵਰਕਰ ਵੀ ਜਿਵੇਂ ਡਾਕਟਰ ਅੰਕਲ ਜੀ ਕਰ ਰਹੇ ਨੇ ਤਾਂ ਮੇਰੇ ਇਨਸਪੀਰੇਸ਼ਨ ਇਹੀ ਹੈ ਕਿ ਮੈਂ ਐਜ਼ ਅ ਸੋਸ਼ਲ ਵਰਕਰ ਵੀ ਕੰਮ ਕਰਾਂ। ਬੱਤੀਆਂ ਬੁਝਾਈ ਰੱਖਦੀ ਮੈਂ, ਬੱਤੀਆਂ ਬੁਝਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ ਮੇਰੇ ਆਹਾਣੀਆਂ ਦੀਵਾ ਬਲੇ ਸਾਰੀ ਰਾਤ। ਮੇਰੇ ਮਾਤਾ ਜੀ ਦਾ ਪਹਿਲਾਂ ਬਹੁਤ ਸਹਿਯੋਗ ਸੀ, ਉਹ ਤਾਂ ਹੁਣ ਇਸ ਦੁਨੀਆ 'ਚ ਨਹੀਂ ਹੈਗੇ। ਤੇ ਬਾਕੀ ਮੇਰੇ ਵਾਈਫ ਦਾ, ਮੇਰੇ ਬੱਚਿਆਂ ਦਾ ਕਾਫੀ ਸਹਿਯੋਗ। ਉਦੋਂ ਮੇਰੇ ਕੋਲ ਸਿਰਫ 4 ਬੱਚੇ ਸੀ, ਲੜਕੀਆਂ ਸੀਗੀਆਂ, ਤੇ ਕੋਈ ਬਿਲਡਿੰਗ ਦਾ ਕੋਈ ਸਾਧਨ ਨਹੀਂ ਸੀ। ਮੈਂ ਕਿਰਾਏ ਦੀ ਬਿਲਡਿੰਗ ਕਮਰਾ ਲੈ ਕੇ ਸਟਾਰਟ ਕੀਤਾ। ਮੈਂ ਜਦੋਂ ਇਹ ਸਟਾਰਟ ਕੀਤੀ ਸੀ ਸੰਸਥਾ, ਮੈਂ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਸੀ ਕਿ ਮੈਂ ਡੋਰ ਟੂ ਡੋਰ ਮੰਗਣ ਨਹੀਂ ਜਾਣਾ ਕਿਸੇ ਲੜਕੇ। ਅੱਜ ਤੱਕ ਸਾਡਾ ਕੋਈ ਮੈਂਬਰ ਜਾਂ ਸਾਡਾ ਕੋਈ ਵਰਕਰ ਇੱਥੋਂ ਡੋਰ ਟੂ ਡੋਰ ਪਰਚੀਆਂ ਲੈ ਕੇ ਕਿਸੇ ਦੇ ਘਰ ਮੰਗਣ ਨਹੀਂ ਗਿਆ ਹੈਗਾ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਕੁੜੀਆਂ ਨੂੰ ਘਰ ਦੀ ਰੌਣਕ ਕਿਹਾ ਜਾਂਦਾ ਹੈ, ਪਰ ਕਈ ਲੋਕ ਅਜਿਹੇ ਹੁੰਦੇ ਹਨ ਜੋ ਇਸ ਰੌਣਕ ਨੂੰ ਆਪਣੀ ਕੁੱਖ ਵਿੱਚ ਹੀ ਦਫਨ ਕਰ ਦਿੰਦੇ ਨੇ, ਤੇ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਸ ਘਰ ਦੀ ਰੌਣਕ ਨੂੰ ਬਣਦਾ ਮਾਨ ਸਨਮਾਨ ਨਹੀਂ ਦੇ ਪਾਉਂਦੇ। ਪਰ ਅੱਜ ਜਿਸ ਸੰਸਥਾ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਆਈ ਹਾਂ, ਇਹ ਉਹ ਸੰਸਥਾ ਹੈ ਜਿੱਥੇ ਧੀਆਂ ਦਾ ਪਰਿਵਾਰ ਹੈ, ਜਿੱਥੇ ਕੁੜੀਆਂ ਵਸਦੀਆਂ ਨੇ, ਤਕਰੀਬਨ 135 ਕੁੜੀਆਂ, ਤੇ ਇਹ ਇਸ ਵਿਹੜੇ ਨੂੰ ਭਾਗ ਲਗਾ ਰਹੀਆਂ ਨੇ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਹੀ ਹਾਂ ਖਰੜ ਵਿਖੇ ਸਥਿਤ ਜੋਤੀ ਸਰੂਪ ਕੰਨਿਆ ਆਸਰਾ ਦੀ, ਜਿੱਥੇ ਕਿ ਤਕਰੀਬਨ 135 ਕੁੜੀਆਂ ਨੂੰ ਸਾਂਭ ਕੇ ਰੱਖਿਆ ਹੈ ਬੜੇ ਹੀ ਪਿਆਰ ਦੇ ਨਾਲ। ਆਓ ਅਸੀਂ ਅੱਜ ਇਸ ਸੰਸਥਾ ਦੇ ਵਿੱਚ ਵਿਚਰਦੇ ਹਾਂ। ਇਹ ਸੰਸਥਾ ਨਹੀਂ ਬਲਕਿ ਘਰ ਹੈ ਉਹਨਾਂ ਧੀਆਂ ਦਾ ਜਿਨ੍ਹਾਂ ਦਾ ਕੋਈ ਵੀ ਨਹੀਂ, ਤੇ ਇਸ ਪਰਿਵਾਰ ਨੂੰ ਇਹ ਕੁੜੀਆਂ ਆਪਣੀ ਖੁਸ਼ਬੂ ਦੇ ਨਾਲ ਮਹਿਕਾ ਰਹੀਆਂ ਨੇ। ਜੀ ਹਾਂ ਦੋਸਤੋ, ਹੁਣ ਸਾਡੇ ਨਾਲ ਜੁੜ ਚੁੱਕੀਆਂ ਨੇ ਪਿਆਰੀਆਂ ਪਿਆਰੀਆਂ ਬੱਚੀਆਂ ਜੋ ਕਿ ਸੰਸਥਾ ਵਿੱਚ ਰਹਿ ਰਹੀਆਂ ਨੇ, ਤੇ ਇਹਨਾਂ ਦੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਕਿੰਨੀਆਂ ਖੁਸ਼ ਨੇ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕੀ ਕਰਦੀਆਂ ਹੁੰਦੀਆਂ ਇੱਥੇ? ਖੇਡਦੀਆਂ ਏ, ਨੱਚਦੀਆਂ ਏ, ਟੱਪਦੀਆਂ ਏ, ਮਜ਼ੇ ਕਰਦੀਆਂ, ਮਸਤੀਆਂ ਕਰਦੀਆਂ। ਅੱਛਾ, ਇਹ ਤੁਸੀਂ ਮੈਨੂੰ ਕਿਹਾ ਹੈ ਕਿ ਤੁਸੀਂ ਨੱਚਦੀਆਂ ਹੈ, ਟੱਪਦੀਆਂ ਹੈ, ਫਿਰ ਮੈਨੂੰ ਵੀ ਗੀਤ ਗਾ ਕੇ ਸੁਣਾਉਂਗੀਆਂ, ਤੁਸੀਂ ਨੱਚ ਕੇ ਦਿਖਾਉਂਗੀਆਂ? ਹਾਂਜੀ ਹਾਂਜੀ। ਸ਼ਰਮਾਂਦੀਆਂ ਹੈ। ਅੱਛਾ ਚਲੋ ਦੱਸੋ ਫਿਰ, ਚਲੋ ਸੁਣਾਓ, ਗੀਤ ਸੁਣਾਓ। ਅੱਜ ਕੱਲ ਰਹਿਣ ਦੇ ਸ਼ਕੀਨਾ ਤੇ ਤੋਂ ਬਣਦੀ ਨਹੀਂ ਜੇ ਗੱਲ, ਫਿਰਦੀਆਂ ਨੈਣ ਗੇੜੇ ਮਾਰਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵੇ ਹੋਰ ਕੋਈ ਮੰਗ ਜੋ ਮਿਹਨਤਾਂ ਗੁਜ਼ਾਰਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ। ਲਾਰਾ ਮੇਨਾ ਚੀਲ ਚੱਲਣਾ ਨਹੀਂ, ਲਾਰਾ ਤੇ ਡੈਡ ਫੇਰ ਮੰਨਣਾ ਨਹੀਂ, ਲਾਰਾ ਮੇਨਾ ਚੀਲ ਚੱਲਣਾ ਨਹੀਂ, ਲਾਰਾ ਡੈਡ ਫੇਰ ਮੰਨਣਾ ਨਹੀਂ, ਕਰਦਾ ਪਲੱਸ ਫੇਰ ਜਿੱਤ ਤੂੰ ਬਹਾਨਿਆਂ ਨੂੰ ਕਰਦਾ ਪਲੱਸ ਫੇਰ, ਮੰਮੀ ਦੀਆਂ ਚਿੜਕਾਂ ਸਹਾਰਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵੇ ਹੋਰ ਕੋਈ ਤੁझ ਮਿਹਨਤਾਂ ਗੁਜ਼ਾਰਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ ਵਲਾਰਿਆਂ 'ਚ, ਰੰਗ ਜਵਾਨੀ ਮੁਟਿਆਰ ਦੀ। ਥੈਂਕ ਯੂ। क्या बात है, बहुत बहुत। हाँ, क्लैपिंग बनती है, चलो सारे क्लैपिंग करो। बहुत सोहना डांस किया, नच के दिखाया साडियां मुटियारां ने, निक्कियां निक्कियां ने। हाँ जी, ते होर दसो, होर कोई गीत कोई सुनाना चाहता है? हाँ, सुनाना चाहनी है, की सुनाना है? चल फिर सुना। मैं बोल नहीं, आप लड़ना नहीं, चलो चलो सुनाओ। दोस्तों
ਸਾਡੀ ਛੋਟੀ ਜੀ ਜੋ ਦੋਸਤ ਹੈ ਬੱਚੀ ਹੈ ਇਹ ਕਹਿੰਦੀ ਮੈਂ ਕੁਝ ਸੁਣਾਉਣਾ ਚਾਹੁੰਦੀ ਹਾਂ। ਚਲੋ ਆਪਾਂ ਇਹਨਾਂ ਤੋਂ ਸੁਣਦੇ ਹਾਂ। ਚਲੋ ਸੁਣਾਓ। चांद रे जयपू से मंगवा रहन दी सोने दी गड़वा गले में कांच के दार टोकरी चांदी दी कांच रूप तेरा चिकना काट का चिकना ਇੱਧਰ ਦੇਖੋ ਉਹ ਉੱਧਰ गल ਹਾਂ। दी कानी दामन विच है पैरी जुत्ती बन के देखो चीज एक सुत्ती जगज बन पानी रे चाली जगज बन पानी रे चाली नौ लखे तेरा खैर कर तेरे माथे वाला टिक्का आंचो ते काजन के सारा सौदा फिक्का नौ लखे तेरा खैर कर तेरे माथे वाला टिक्का आंखों के काजल के आगे सारा सौदा फिर चांद का टुकड़ा बरेंगा मुखड़ा सुती गालों पे लाली दामन विच है पैरी जुत्ती वणगी देखो चीजक सुती जगज बन पानी रे चाली जगज बन पानी रे चाली। ਦੋਸਤੋ ਰੌਣਕ ਲਗਾ ਦਿੱਤੀ ਇਹਨਾਂ ਛੋਟੀਆਂ ਛੋਟੀਆਂ ਬੱਚੀਆਂ ਨੇ। ਤਾਂ ਹੀ ਤਾਂ ਕਹਿੰਦੇ ਨੇ ਕਿ ਜੋ ਕੁੜੀਆਂ ਹੈ ਉਹ ਘਰ ਦੀ ਰੌਣਕ ਹੁੰਦੀਆਂ ਨੇ। ਦੇਖੋ ਇਹ ਕਿੰਨੀ ਰੌਣਕ ਲਗਾਈ ਹੋਈ ਹੈ ਇਹਨਾਂ ਨੇ ਕਿ ਮੈਨੂੰ ਬਾਰ-ਬਾਰ ਕੋਈ ਨਾ ਕੋਈ ਆ ਕੇ ਕਹਿ ਰਿਹਾ ਹੁਣ ਮੈਂ ਗਾਉਂ ਹੁਣ ਮੈਂ ਗਾਉਂ ਹੁਣ ਮੈਂ ਗਾਉਂ। ਤੇ ਇਹਨਾਂ ਦੇ ਚਿਹਰੇ ਦੀ ਜਿਹੜੀ ਸਮਾਈਲ ਹੈ ਇਹਨਾਂ ਦੇ ਚਿਹਰੇ ਦੇ ਵਿੱਚ ਜੋ ਇੱਕ ਸੰਤੁਸ਼ਟੀ ਹੈ ਉਹ ਵਾਕਈ ਹੀ ਸਾਨੂੰ ਸਾਰਿਆਂ ਨੂੰ ਖੁਸ਼ੀ ਤੇ ਸਕੂਨ ਦਿੰਦੀ ਹੈ। ਦਰਸ਼ਕੋ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਸੰਸਥਾ ਦੇ ਵਿੱਚ ਬੱਚਿਆਂ ਨੂੰ ਪੂਰੇ ਘਰ ਵਰਗਾ ਮਾਹੌਲ ਦਿੱਤਾ ਜਾਂਦਾ ਹੈ ਤੇ ਹਰ ਇੱਕ ਸੁਵਿਧਾ ਦੇ ਨਾਲ ਨਾਲ ਇਹਨਾਂ ਨੂੰ ਸਿਖਾਇਆ ਵੀ ਜਾਂਦਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੇ ਛੋਟੀਆਂ ਛੋਟੀਆਂ ਬੱਚੀਆਂ ਨੇ ਜਿਹੜੀਆਂ ਕਿ ਖੁਦ ਆਨਲਾਈਨ ਕਲਾਸਿਸ ਲਗਾ ਰਹੀਆਂ ਨੇ ਅਟੈਂਡ ਕਰ ਰਹੀਆਂ ਨੇ। ਤੁਸੀਂ ਇਹ ਲੈਬ ਦੇਖ ਸਕਦੇ ਹੋ। ਇਸ ਲੈਬ ਤੋਂ ਪਤਾ ਚੱਲਦਾ ਹੈ ਕਿ ਇਸ ਸੰਸਥਾ ਦੇ ਵਿੱਚ ਜੋ ਘਰ ਦੇ ਵਿੱਚ ਇੱਕ ਬੱਚੀ ਨੂੰ ਪੂਰੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਵਧੀਆ ਪੜ੍ਹਾਈ ਲਿਖਾਈ ਕਰ ਸਕੇ ਉਹੀ ਸਾਰੀਆਂ ਸਹੂਲਤਾਂ ਸਾਡੇ ਇਸ ਸੰਸਥਾ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਵਾਕਈ ਹੀ ਕਾਬਿਲੇ ਤਾਰੀਫ ਹੈ ਇਹਨਾਂ ਦਾ ਇਹ ਉਪਰਾਲਾ। ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? आईपीएस ऑफिसर। ਆਈਪੀਐਸ ਆਫਿਸਰ। ਆਈਪੀਐਸ ਆਫਿਸਰ ਹੀ ਕਿਉਂ? क्योंकि किरण बेदी सीगी और फर्स्ट पुलिस ऑफिसर सीगी वूमेन। ਅੱਛਾ ਤੇ ਕਿਰਨ ਬੇਦੀ ਤੁਹਾਡੇ ਰੋਲ ਮਾਡਲ ਨੇ? हाँ जी ਅੱਛਾ ਤੁਸੀਂ ਉਹਨਾਂ ਵਾਂਗੂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ? हाँ जी। ਓ ਵੈਰੀ ਗੁੱਡ। ਦੇਖੋ ਦਰਸ਼ਕੋ ਕਿ ਬੱਚਿਆਂ ਦੇ ਵਿੱਚ ਕਿੰਨਾ ਜਜ਼ਬਾ ਹੈ ਤੇ ਬੱਚਿਆਂ ਨੂੰ ਨੌਲੇਜ ਵੀ ਹੈ। 5th ਕਲਾਸ ਦੇ ਵਿੱਚ ਹੈ ਇਹ ਪੜ੍ਹਦੇ ਪਰ ਇਹਨਾਂ ਦਾ ਸੁਪਨਾ ਹੈ ਇਹਨਾਂ ਦਾ ਏਮ ਹੈ ਕਿ ਆਈਪੀਐਸ ਆਫਿਸਰ ਬਣ ਕੇ ਦੇਸ਼ ਦੀ ਸੇਵਾ ਕਰਨ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਦਾ ਸੁਪਨਾ ਜ਼ਰੂਰ ਪੂਰਾ ਹੋਵੇ। ਦਰਸ਼ਕੋ ਇਸ ਸਮੇਂ ਸਾਡੇ ਨਾਲ ਇੱਕ ਵਿਦਿਆਰਥਣ ਨੇ ਜੋ ਕਿ ਇਸ ਆਸ਼ਰਮ ਦੇ ਵਿੱਚ ਕਾਫੀ ਸਾਲਾਂ ਤੋਂ ਰਹਿ ਰਹੇ ਨੇ ਤੇ ਇਸ ਸਮੇਂ ਉਹ ਲਾਅ ਕਰ ਰਹੇ ਨੇ। ਉਹਨਾਂ ਦੇ ਨਾਲ ਥੋੜੀ ਬਹੁਤ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਕੌਰ। ਅੱਛਾ ਮਨਪ੍ਰੀਤ, ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ? ਮੈਮ ਮੈਂ 13 ਸਾਲਾਂ ਤੋਂ ਇੱਥੇ ਰਹਿ ਰਹੀ ਹਾਂ। 13 ਸਾਲਾਂ ਤੋਂ ਰਹਿ ਰਹੇ ਹੋ। ਹਾਂਜੀ। ਕਿਵੇਂ ਦਾ ਤਜਰਬਾ ਰਿਹਾ ਤੁਹਾਡਾ? ਬਹੁਤ ਵਧੀਆ, ਸਭ ਕੁਝ ਜੋ ਸੋਚਿਆ ਵੀ ਨਹੀਂ ਸੀ ਉਸ ਤੋਂ ਵੱਧ ਮਿਲ ਰਿਹਾ ਇੱਥੇ। ਯਾਨੀ ਕਿ ਜੋ ਤੁਹਾਡੀ ਸਟੱਡੀ ਦੇ ਲਈ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ, ਤੁਸੀਂ ਜਿਵੇਂ ਕਿ ਲਾਅ ਕਰ ਰਹੇ ਹੋ, ਕਾਫੀ ਜ਼ਿਆਦਾ ਰਿਕੁਆਇਰਮੈਂਟਸ ਦੀ ਲੋੜ ਹੁੰਦੀ ਹੈ, ਕਾਫੀ ਚੀਜ਼ਾਂ ਦੀ ਲੋੜ ਹੁੰਦੀ, ਸਹੂਲਤਾਂ ਦੀ ਲੋੜ ਹੁੰਦੀ ਹੈ, ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ? ਹਾਂਜੀ ਮੈਮ, ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ। ਅੱਛਾ, ਤੁਸੀਂ ਲਾਅ ਦੇ ਸਟੂਡੈਂਟ ਹੋ, ਕਿਹੜੇ ਈਅਰ ਦੇ ਹੋ? 5th ਈਅਰ ਮੈਮ। ਅੱਛਾ, ਤੁਸੀਂ ਇਸ ਤੋਂ ਬਾਅਦ ਕੀ ਕਰਨਾ ਚਾਹੋਗੇ? ਲਾਅ ਜਦੋਂ ਹੁਣ ਲਾਸਟ ਈਅਰ ਹੈ ਮੇਰੇ ਖਿਆਲ ਨਾਲ, ਇਸ ਤੋਂ ਬਾਅਦ ਕੰਪਲੀਟ ਹੋ ਜਾਏਗਾ ਤੁਹਾਡੀ ਲਾਅ ਦੀ ਸਟੱਡੀ, ਉਸ ਤੋਂ ਬਾਅਦ ਕੀ ਕਰਾਂਗੇ? ਮੈਮ ਉਸ ਤੋਂ ਬਾਅਦ ਮੇਰੀ ਕੋਚਿੰਗ ਚੱਲ ਰਹੀ ਹੈ, ਮੈਂ ਦਿੱਲੀ ਤੋਂ ਕੋਚਿੰਗ ਲੈ ਰਹੀ ਹਾਂ। ਅੱਛਾ। ਹਾਂਜੀ, ਐਜ਼ ਅ ਜੱਜ ਫਿਰ ਮੈਂ ਕੰਪੀਟੀਟਿਵ ਐਗਜ਼ਾਮ ਦਊਂਗੀ। ਬਹੁਤ ਵਧੀਆ ਗੱਲ ਹੈ। ਦਰਸ਼ਕੋ ਸਿਰਫ ਇਹ ਪੜ੍ਹਾਈ ਹੀ ਨਹੀਂ ਕਰ ਰਹੇ ਬਲਕਿ ਇੱਕ ਕੰਪੀਟੀਟਿਵ ਐਗਜ਼ਾਮ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਤੇ ਇਹਨਾਂ ਦੀ ਕੋਚਿੰਗ ਚੱਲ ਰਹੀ ਹੈ ਦਿੱਲੀ ਤੋਂ, ਹੈ ਨਾ? ਹਾਂਜੀ ਮੈਮ। ਆਨਲਾਈਨ ਤੁਸੀਂ ਲੈਂਦੇ ਹੋ? ਹਾਂਜੀ ਮੈਮ।
ਦਿੱਲੀ ਤੋਂ ਕੋਚਿੰਗ ਵੀ ਲੈ ਰਹੇ ਨੇ, ਬਹੁਤ ਹੀ ਵਧੀਆ ਹੈ। ਤੇ ਮੈਂ ਦੇਖ ਰਹੀ ਸੀ ਕਿ ਇਹਨਾਂ ਦੇ ਕਮਰੇ ਵਿੱਚ ਕੁਝ ਇਹ ਕੋਟਸ ਲੱਗੇ ਹੋਏ ਨੇ, ਫਲਾਵਰ ਦੇ ਵਿੱਚ ਇਹਨਾਂ ਨੇ ਕੋਟਸ ਕਹਿ ਲਓ ਜਾਂ ਕੁਝ ਵਰਡਸ ਲਿਖੇ ਹੋਏ ਨੇ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜਾਣਨ ਦੀ ਕਿ ਆਖਿਰ ਇਹਨਾਂ ਦਾ ਮਤਲਬ ਕੀ ਹੈ। ਇਹ ਤੁਸੀਂ ਲਗਾਏ ਹੋਏ ਨੇ? ਹਾਂਜੀ ਮੈਮ, ਐਕਚੁਅਲੀ ਇਹਨਾਂ ਦਾ ਬੇਸਿਕ ਮੀਨਸ ਇਹੀ ਹੈ ਕਿ ਜੋ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਵਰਡ ਯੂਜ਼ ਕਰਦੇ ਹਾਂ, ਮੀਨਸ ਇੰਗਲਿਸ਼ ਬੋਲਣ ਦੇ ਸਮੇਂ, ਫਿਰ ਛੋਟੇ ਬੱਚਿਆਂ ਨੂੰ ਵੀ ਥੋੜ੍ਹਾ ਪਤਾ ਲੱਗੇ ਕਿ ਅਸੀਂ ਡੇਲੀ ਲਾਈਫ 'ਚ ਇੰਗਲਿਸ਼ ਦੇ ਵਰਡ ਕਿਹੜੇ ਕਿਹੜੇ ਯੂਜ਼ ਕਰਦੇ ਨੇ। ਫਿਰ ਅਸੀਂ ਬਸ ਥੋੜ੍ਹਾ ਐਫਰਟ ਕੀਤਾ ਹੋਇਆ ਹੈ ਐਜ਼ ਅ ਐਕਟੀਵਿਟੀ ਕਿ ਬੱਚਿਆਂ ਨੂੰ ਅੱਛਾ ਵੀ ਲੱਗੇ, ਦੇਖਣ 'ਚ ਅਟਰੈਕਟਿਵ ਵੀ, ਔਰ ਉਹਨਾਂ ਨੂੰ ਨੌਲੇਜ ਵੀ ਥੋੜ੍ਹਾ ਮਿਲੇ। ਇਹ ਬਹੁਤ ਵਧੀਆ ਗੱਲ ਹੈ ਕਿ ਇੱਥੇ ਜੋ ਬੱਚੀਆਂ ਵੱਡੀਆਂ ਨੇ, ਜੋ ਕਾਫੀ ਸਾਲਾਂ ਤੋਂ ਰਹਿ ਰਹੀਆਂ ਨੇ ਤੇ ਅੱਛੀ ਸਟੱਡੀ ਕਰ ਰਹੀਆਂ ਨੇ, ਉਹ ਛੋਟੀਆਂ ਬੱਚੀਆਂ ਨੂੰ ਪੜ੍ਹਾਉਣ ਦੇ ਲਈ ਜਾਂ ਉਹਨਾਂ ਨੂੰ ਇਨਵੋਲਵ ਰੱਖਣ ਦੇ ਲਈ ਕੋਈ ਨਾ ਕੋਈ ਐਕਟੀਵਿਟੀ ਕਰ ਰਹੇ ਨੇ, ਤੇ ਬਹੁਤ ਵਧੀਆ ਐਕਟੀਵਿਟੀ ਹੈ। ਸਾਨੂੰ ਵੀ ਬਹੁਤ ਜ਼ਿਆਦਾ ਅਟਰੈਕਟ ਕੀਤੀ ਹੈ, ਇਸ ਲਈ ਪੁੱਛਿਆ ਹੈ। ਹੋਰ ਤੁਹਾਡਾ ਕੀ ਸੁਪਨਾ ਹੈ? ਮੈਮ ਵੈਸੇ ਮੇਰਾ ਐਜ਼ ਅ ਜੱਜ ਬਣਨ ਦਾ ਹੀ ਸੁਪਨਾ ਹੈ। ਉਸ ਤੋਂ ਇਲਾਵਾ ਐਜ਼ ਅ ਸੋਸ਼ਲ ਵਰਕਰ ਵੀ, ਜਿਵੇਂ ਡਾਕਟਰ ਅੰਕਲ ਜੀ ਕਰ ਰਹੇ ਨੇ, ਤਾਂ ਮੇਰੇ ਇੰਸਪੀਰੇਸ਼ਨ ਇਹੀ ਹੈ ਕਿ ਮੈਂ ਐਜ਼ ਅ ਸੋਸ਼ਲ ਵਰਕਰ ਵੀ ਕੰਮ ਕਰਾਂ। ਬਿਲਕੁਲ, ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਵੇ। ਫ੍ਰੀ ਟਾਈਮ 'ਚ ਕੀ ਕਰਦੇ ਹੋ ਤੁਸੀਂ? ਮੈਮ ਫ੍ਰੀ ਟਾਈਮ 'ਚ ਕੁਛ ਨਹੀਂ, ਅਗਰ ਜ਼ਿਆਦਾ ਕੁਛ ਨਹੀਂ, ਮਤਲਬ ਮੈਨੂੰ ਸਿੰਗਿੰਗ ਔਰ ਡਾਂਸਿੰਗ ਦਾ ਸ਼ੌਂਕ ਆ, ਔਰ ਮੈਂ ਬਸ ਗੁਣਗੁਣਾਉਂਦੀ ਰਹਿੰਦੀ ਹਾਂ, ਔਰ ਬੱਚਿਆਂ ਨਾਲ ਥੋੜ੍ਹਾ ਟਾਈਮ ਸਪੈਂਡ ਕਰਕੇ ਉਹਨਾਂ ਨਾਲ ਆਪਣਾ ਟਾਈਮ ਓਕੇ ਸਪੈਂਡ ਕਰਦੇ ਹੋ। ਤੁਸੀਂ ਕਿਹਾ ਤੁਹਾਨੂੰ ਸਿੰਗਿੰਗ ਦਾ ਸ਼ੌਂਕ ਹੈ, ਕੁਝ ਗੁਣਗੁਣਾਉਂਦੇ ਹੋ, ਕੁਝ ਸਾਡੇ ਲਈ ਵੀ ਗੁਣਗੁਣਾ ਦਿਓ ਅੱਜ ਕੋਈ ਵੀ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਗੀਤ। ਮੈਮ ਐਕਚੁਅਲੀ ਮੈਂ ਪੰਜਾਬ ਤੋਂ ਥੋੜ੍ਹਾ ਬਿਲੋਂਗ ਕਰਦੀ ਹਾਂ, ਤਾਂ ਮੈਨੂੰ ਪੰਜਾਬ ਦਾ ਫੋਕ ਥੋੜ੍ਹਾ, ਇਹ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਵੀ ਪੰਜਾਬ ਤੋਂ ਹੀ ਬਿਲੋਂਗ ਕਰਦੇ ਹਾਂ, ਤੇ ਪੰਜਾਬ ਦੇ ਫੋਕ ਦੇ ਵਿੱਚ, ਲੋਕ ਗੀਤਾਂ ਵਿੱਚ ਜੋ ਸਾਡੇ ਸੱਭਿਆਚਾਰ ਦੀ ਖੁਸ਼ਬੂ ਹੈ, ਉਹ ਸ਼ਾਇਦ ਸਾਨੂੰ ਕਿਤੇ ਵੀ ਨਹੀਂ ਹੋਰ ਮਿਲ ਸਕਦੀ। ਚਲੋ ਫਿਰ ਇੱਕ ਲੋਕ ਗੀਤ ਹੋ ਜਾਏ। ਹਾਂਜੀ ਮੈਮ, ਮੈਮ ਇਹ ਕਾਫੀ ਪੁਰਾਣਾ ਸੌਂਗ ਆ, ਔਰ ਮੈਨੂੰ ਬਹੁਤ ਪਸੰਦ ਆ, ਔਰ ਮੈਂ ਹਮੇਸ਼ਾ ਗਾਉਂਦੀ ਹਾਂ। ਬੱਤੀਆਂ ਬੁਝਾਈ ਰੱਖਦੀ ਮੈਂ, ਬੱਤੀਆਂ ਬੁਝਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ, ਮੇਰੇ ਆਹਾਣੀਆਂ ਦੀਵਾ ਬਲੇ ਸਾਰੀ ਰਾਤ। ਕੰਨ ਮੈਨੂੰ ਤੰਗ ਕਰਦਾ ਵੇ, ਕੰਨ ਮੈਨੂੰ ਤੰਗ ਕਰਦਾ ਵੇ, ਆਜਾ ਉਡੀਕਾਂ ਤੇਰੀਆਂ ਮਾਹੀ ਮੇਰੀਆਂ, ਆਜਾ ਉਡੀਕਾਂ ਤੇਰੀਆਂ। ਥੈਂਕ ਯੂ ਮੈਮ। ਬਹੁਤ ਖੂਬ, ਤੇ ਅਸੀਂ ਹੀ ਚਾਹਾਂਗੇ, ਇਹੀ ਦੁਆ ਕਰਦੇ ਹਾਂ ਕਿ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਵੇ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਸੰਸਥਾ ਹੋਂਦ 'ਚ ਕਿਵੇਂ ਆਈ, ਕਦੋਂ ਆਈ ਤੇ ਕਿਵੇਂ ਆਈ? ਇਹ ਸੰਸਥਾ ਮੇਰੇ ਤੋਂ ਪਰਮਾਤਮਾ ਨੇ 1998 ਵਿੱਚ ਸ਼ੁਰੂ ਕਰਾਈ ਸੀਗੀ, ਤੇ ਉਦੋਂ ਮੇਰੇ ਕੋਲ ਸਿਰਫ 4 ਬੱਚੇ ਸੀ, ਲੜਕੀਆਂ ਸੀਗੀਆਂ, ਤੇ ਕੋਈ ਬਿਲਡਿੰਗ ਦਾ ਕੋਈ ਸਾਧਨ ਨਹੀਂ ਸੀ। ਮੈਂ ਕਿਰਾਏ ਦੀ ਬਿਲਡਿੰਗ ਕਮਰਾ ਲੈ ਕੇ ਸਟਾਰਟ ਕੀਤੀ ਸੀ। ਠੀਕ ਹੈ ਸਰ, 4 ਬੱਚਿਆਂ ਤੋਂ ਤੁਸੀਂ ਇਹ ਸੰਸਥਾ ਸ਼ੁਰੂ ਕੀਤੀ ਸੀ। ਕੋਈ ਘਟਨਾ ਵਾਪਰੀ ਸੀ, ਕੋਈ ਇਨਸੀਡੈਂਟ ਹੋਇਆ ਸੀ ਲਾਈਫ 'ਚ? ਉਹ 4 ਬੱਚੀਆਂ ਕਿਹੜੀਆਂ ਸੀ, ਕਿਵੇਂ ਰਾਬਤਾ ਕਾਇਮ ਉਹਨਾਂ ਨੇ ਤੁਹਾਡੇ ਨਾਲ ਕੀਤਾ ਸੀ, ਇਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਐਕਚੁਅਲੀ ਮੈਂ ਉਸ ਤੋਂ ਪਹਿਲਾਂ ਇੱਕ ਸੰਸਥਾ ਸੀਗੀ ਜਿਹਦੇ ਵਿੱਚ ਮੈਂ ਮੈਡੀਕਲ ਹੈਲਪ ਵਾਸਤੇ ਜਾਇਆ ਕਰਦਾ ਸੀਗਾ। ਉੱਥੇ ਉਹਨਾਂ ਦੇ ਕੋਲ ਬਜ਼ੁਰਗ ਸੀਗੇ ਤੇ ਲੜਕੇ ਸੀਗੇ ਜਿਹੜੇ ਉਹਨਾਂ ਰਹਿੰਦੇ ਸੀਗੇ, ਤੇ ਉਸ ਟਾਈਮ ਮੇਰੇ ਕੋਲ ਉਹਨਾਂ ਦੇ ਪਿੰਡ ਦੇ ਇੱਕ ਮਾਤਾ ਜੀ ਸੀਗੇ ਜਿਹੜੇ ਕਿ ਜਿਹਨਾਂ ਦੀ ਪੋਤੀਆਂ ਸੀਗੀਆਂ, ਮਾਂ-ਬਾਪ ਨਹੀਂ ਸੀਗੇ ਉਹਨਾਂ ਦੇ, ਤੇ ਇੱਕ ਲੇਡੀ ਸੀ, ਉਹਦੇ ਮਤਲਬ ਕਿ ਹਸਬੈਂਡ ਨਹੀਂ ਸੀਗੇ, ਲੜਕੀਆਂ ਸੀ 2। ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਇਹ ਜਿਹੜੀ ਸੰਸਥਾ ਕੋਲ ਤੁਸੀਂ ਜਾਂਦੇ ਹੋ, ਇਹਨਾਂ ਕੋਲ ਸਾਨੂੰ ਮਦਦ ਕਰਵਾ ਦਿਓ, ਮਤਲਬ ਕਿ ਐਜੂਕੇਸ਼ਨ ਵਾਸਤੇ ਜਾਂ ਹੋਣਾ। ਲੇਕਿਨ ਕੋਈ ਕਾਰਨ ਸੀਗੇ, ਉਹ ਸੰਸਥਾ ਵਾਲੇ ਨਹੀਂ ਮੰਨੇ ਵੀ ਅਸੀਂ ਲੜਕੀਆਂ ਦੀ ਮਦਦ ਨਹੀਂ ਕਰਨੀ ਹੈ। ਅੱਛਾ। ਬਸ ਫਿਰ ਮੇਰੇ ਮਨ 'ਚ ਵਿਚਾਰ ਆਇਆ ਕਿ ਇਹਨਾਂ ਦਾ ਕੌਣ ਸਾਰਾ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਾਂ ਨੂੰ ਲੜਕਿਆਂ ਨੂੰ ਐਜੂਕੇਸ਼ਨ ਦੀ ਜਾਂ ਲੜਕਿਆਂ ਨੂੰ ਸਿਕਿਉਰਿਟੀ ਦੀ ਜ਼ਿਆਦਾ ਲੋੜ ਹੈਗੀ। ਬਿਲਕੁਲ ਬਿਲਕੁਲ। ਬਸ ਫਿਰ ਮੈਂ ਮਨ ਬਣਾਇਆ ਕਿ ਮੈਂ 4 ਲੜਕੀਆਂ ਦੀ ਮਦਦ ਕਰਾਂਗਾ, ਪਰ ਮੈਨੂੰ ਇਹ ਨਹੀਂ ਸੀ ਕਿ ਮੈਂ ਕੋਈ ਸੰਸਥਾ ਸਟਾਰਟ ਕਰਨੀ। ਮੈਨੂੰ ਇਹ ਸੀ 4 ਲੜਕੀਆਂ ਹੈਗੀਆਂ, ਚਲੋ ਆਪਾਂ ਇਹਨਾਂ ਨੂੰ ਐਜੂਕੇਸ਼ਨ ਵਾਸਤੇ ਮਦਦ ਕਰ ਦਿੰਦੇ ਜਾਂ ਰਿਹਾਇਸ਼ ਵਾਸਤੇ ਕਰ ਦਿੰਦੇ, ਇਸ ਮਸੋਂ ਸਟਾਰਟ ਕੀਤੀ। 4 ਕੁੜੀਆਂ ਤੋਂ ਸ਼ੁਰੂ ਕੀਤੀ ਸੀ ਇਹਨਾਂ ਨੇ ਸੰਸਥਾ, ਤੇ ਹੁਣ ਇਸ ਸੰਸਥਾ ਵਿੱਚ ਤਕਰੀਬਨ 135 ਕੁੜੀਆਂ ਨੇ। 135 ਬੱਚੇ। ਬਿਲਕੁਲ ਸਰ, 4 ਕੁੜੀਆਂ ਤੋਂ ਸ਼ੁਰੂ ਹੋਈ ਸੰਸਥਾ 135 ਕੁੜੀਆਂ ਤੱਕ ਪਹੁੰਚ ਗਈ। ਬਹੁਤ ਸਾਰੀਆਂ ਚੁਣੌਤੀਆਂ ਆਈਆਂ ਹੋਣਗੀਆਂ, ਕੁਝ ਚੁਣੌਤੀਆਂ ਦੀ ਸਾਂਝ ਪਾਓ। ਸਭ ਤੋਂ ਪਹਿਲਾਂ ਤਾਂ ਡੋਨੇਸ਼ਨ ਦੀ ਸੀਗੀ। ਬਿਲਕੁਲ। ਕਿ
ਮੈਂ ਜਦੋਂ ਇਹ ਸਟਾਰਟ ਕੀਤੀ ਸੀ ਸੰਸਥਾ ਤਾਂ ਮੈਂ ਪ੍ਰਮਾਤਮਾ ਅੱਗੇ ਇੱਕ ਬੇਨਤੀ ਕੀਤੀ ਸੀ ਕਿ ਮੈਂ ਡੋਰ ਟੂ ਡੋਰ ਮੰਗਣ ਨਹੀਂ ਜਾਣਾ ਕਿਸੇ ਲੜਕੇ। ਠੀਕ ਅੱਜ ਤੱਕ ਸਾਡਾ ਕੋਈ ਮੈਂਬਰ ਜਾਂ ਸਾਡਾ ਕੋਈ ਵਰਕਰ ਇੱਥੋਂ ਡੋਰ ਟੂ ਡੋਰ ਪਰਚੀਆਂ ਲੈ ਕੇ ਕਿਸੇ ਦੇ ਘਰ ਮੰਗਣ ਨਹੀਂ ਗਿਆ ਹੈਗਾ। ਅੱਛਾ ਜੀ। ਤੇ ਜਿਹੜਾ ਸਾਡੇ ਕੋਲ ਇੱਥੇ ਆਉਂਦਾ ਹੈ ਜਿਹਨੂੰ ਪਸੰਦ ਆਉਂਦਾ ਕਿ ਹਾਂ ਸਾਨੂੰ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ, ਅਸੀਂ ਉਹਨਾਂ ਦੀ ਸਲਿੱਪ ਕੱਟ ਕੇ ਡੋਨੇਸ਼ਨ ਲੈਂਦੇ ਹੈਗੇ। ਠੀਕ ਹੈ। ਤੇ ਇਸ ਕਰਕੇ ਡੋਨੇਸ਼ਨ ਦੀ ਬਹੁਤ ਕਮੀ ਸੀ ਸਟਾਰਟਿੰਗ ਦੇ ਵਿੱਚ, ਲੇਕਿਨ ਹੁਣ ਤਾਂ ਪਰਮਾਤਮਾ ਦੀ ਕਿਰਪਾ ਹੈ, ਲੋਕੀ ਬਹੁਤ ਮੇਰੇ ਨਾਲ ਜੁੜ ਗਏ ਨੇ ਤੇ ਬੱਚਿਆਂ ਦੀ ਅੱਛੀ ਮਦਦ ਹੋ ਰਹੀ ਹੈਗੀ। ਤੇ ਸੈਕੰਡ ਸੀ ਸਾਡੇ ਕੋਲ ਕੋਈ ਬਿਲਡਿੰਗ ਨਹੀਂ ਸੀਗੀ ਤੇ ਤੁਹਾਨੂੰ ਪਤਾ ਕਿ ਕਿਸੇ ਔਰਫਨੇਜ ਵਾਸਤੇ ਕਿਰਾਏ ਦੇ ਉੱਤੇ ਕੋਈ ਬਿਲਡਿੰਗ ਦਿੰਦਾ ਨਹੀਂ ਹੈਗਾ, ਬਹੁਤ ਔਖਾ ਮੁਸ਼ਕਿਲ ਹੈ। ਇਹ 2-3 ਚੁਣੌਤੀਆਂ ਸੀ ਜਿਹੜੀਆਂ ਮੈਨੂੰ ਸ਼ੁਰੂ 'ਚ ਕਰਨੀਆਂ ਪਈਆਂ। ਹਾਂ, ਲੇਕਿਨ ਹੁਣ ਠੀਕ ਹੈ। ਠੀਕ ਹੈ। ਸਰ ਤੁਹਾਨੂੰ ਕੋਈ ਸਰਕਾਰੀ ਡੋਨੇਸ਼ਨ ਵੀ ਮਿਲਦੀ ਹੈ ਜਾਂ ਲੋਕ ਹੀ ਤੁਹਾਡੇ ਨਾਲ ਜੁੜਦੇ ਗਏ? ਨਹੀਂ ਸਰ, ਲੋਕੀ ਪਬਲਿਕ ਡੋਨੇਸ਼ਨ ਹੈ। ਇਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਸਾਰੀ, ਇਹ ਸਾਰੀ ਪਬਲਿਕ ਡੋਨੇਸ਼ਨ ਵਾਲੇ ਬਣਾਈ ਹੈ। ਠੀਕ ਹੈ, ਯਾਨੀ ਕਿ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ। ਕੋਈ ਮਦਦ ਨਹੀਂ। ਠੀਕ ਹੈ। ਸਰ ਕਹਿੰਦੇ ਨੇ ਕਿ ਇੱਕ ਕੁੜੀ ਦਾ ਪਿਓ ਹੋਣਾ ਹੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ 135 ਕੁੜੀਆਂ ਦੀ ਸਾਂਭ ਸੰਭਾਲ ਕਰ ਰਹੇ ਹੋ, ਮਤਲਬ ਬਹੁਤ ਵੱਡੀ ਜ਼ਿੰਮੇਵਾਰੀ, ਕਿਵੇਂ ਦਾ ਮਹਿਸੂਸ ਕਰਦੇ? ਨਹੀਂ, ਮੇਰੀ ਇੱਕ ਇੰਟਰਵਿਊ ਸੀ ਪਹਿਲਾਂ ਮੁੰਬਈ ਦੇ ਵਿੱਚ, ਮੈਨੂੰ ਅਵਾਰਡ ਮਿਲਿਆ ਸੀਗਾ। ਅੱਛਾ ਜੀ। ਉੱਥੇ ਮੈਂ ਕਿਸੇ ਨੇ ਕੁਐਸਚਨ ਕੀਤਾ ਸੇਮ ਜਿਹੜਾ ਤੁਸੀਂ ਕੀਤਾ ਹੈ। ਅੱਛਾ। ਤੇ ਕਹਿੰਦੇ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਕਿਹਾ ਮੈਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹਾਂ। ਅੱਛਾ ਜੀ। ਤੇ ਉਹ ਕਹਿੰਦੇ ਜੀ ਕਿ ਉਹਨਾਂ ਨੇ ਸੋਚਿਆ ਪਤਾ ਨਹੀਂ ਕਿੰਨੇ ਕੁ ਪੈਸੇ ਹੈਗੇ ਦੇਖੋ। ਉਹ ਕਹਿੰਦੇ ਜੀ ਕਿਸ ਤਰ੍ਹਾਂ ਹੈਗੇ? ਮੈਂ ਕਿਹਾ ਜੀ 135 ਲੜਕੀਆਂ ਮੈਨੂੰ ਪਾਪਾ ਕਹਿੰਦੀ ਹੈ। ਅੱਛਾ। ਮੈਨੂੰ ਅਮੀਰ ਆਦਮੀ ਕੋਈ ਨਹੀਂ ਹੋ ਸਕਦਾ। ਬਿਲਕੁਲ, ਬਹੁਤ ਵਧੀਆ ਗੱਲ ਹੈ। ਅਸਲ ਵਿੱਚ ਅੱਜ ਕੱਲ੍ਹ ਬਹੁਤ ਘੱਟ ਅਜਿਹੇ ਲੋਕ ਹੁੰਦੇ ਨੇ ਜੋ ਕਿ ਦੂਜਿਆਂ ਨੂੰ ਸਮਰਪਿਤ ਹੁੰਦੇ ਨੇ, ਤੇ ਤੁਸੀਂ ਬਹੁਤ ਵਧੀਆ ਉਦਾਹਰਨ ਹੋ ਸਾਡੇ ਸਮਾਜ ਦੇ ਲਈ। ਸਰ ਸਾਨੂੰ ਇਹ ਦੱਸੋ ਕਿ ਤੁਸੀਂ ਇੱਥੇ ਕੁੜੀਆਂ ਨੂੰ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹੋ? ਇੱਥੇ ਬੱਚਿਆਂ ਦਾ ਘਰ ਹੈਗਾ। ਇੱਥੇ ਕੋਈ ਬੱਚਾ ਕਿਸੇ ਇੰਸਟੀਚਿਊਟ ਵਾਂਗ ਨਹੀਂ ਰਹਿੰਦਾ ਹੈਗਾ। ਇੱਥੇ ਉਹ ਆਪਣੇ ਘਰ ਵਾਂਗ ਹੀ ਰਹਿੰਦਾ, ਸਟੇ ਕਰਦਾ, ਘਰ ਵਾਂਗ ਉਹਨੇ ਕੰਮ ਕਰਨਾ ਹੈਗਾ, ਘਰ ਵਾਂਗ ਰਹਿਣਾ ਹੈਗਾ। ਇੱਥੇ ਇਹਨਾਂ ਦੀ ਰਿਹਾਇਸ਼ ਹੈਗੀ ਹੈ, ਰੋਟੀ ਪਾਣੀ ਸਾਰਾ ਇੱਥੇ ਇਹਨਾਂ ਕੋਲ ਹੈਗਾ। ਐਜੂਕੇਸ਼ਨ ਇਹਨਾਂ ਦੀ ਬਾਹਰ ਹੈ, ਅਲੱਗ-ਅਲੱਗ ਸਕੂਲਾਂ ਦੇ ਵਿੱਚ ਹੈਗੀ ਹੈ। ਜਿਸ ਤਰ੍ਹਾਂ ਕੁਝ ਪ੍ਰਾਈਵੇਟ ਸਕੂਲ ਨੇ, ਕੁਝ ਗਵਰਨਮੈਂਟ ਸਕੂਲ ਨੇ ਜਾਂ ਕਾਲਜ ਨੇ। ਜਿਸ ਤਰ੍ਹਾਂ 2 ਬੱਚੀਆਂ ਮੇਰੀਆਂ ਲਾ ਕਰ ਰਹੀਆਂ। ਅੱਛਾ, ਬਹੁਤ ਵਧੀਆ। ਇੱਕ ਨਰਸਿੰਗ ਕਰ ਰਹੀ ਹੈ, BCA ਕਰ ਰਹੀ ਹੈ, B.Tech ਕਰ ਰਹੀ ਹੈ, B.Ed ਕਰਕੇ ਹਟੀ ਹੈ, ਜੌਬ ਲੱਗ ਗਈ ਉਹਨੂੰ। ਅੱਛਾ ਜੀ। ਇਸ ਤਰ੍ਹਾਂ ਅਲੱਗ-ਅਲੱਗ ਕਲਾਸਿਸ ਦੇ ਮੇਰੇ ਬੱਚੇ ਹੈਗੇ। ਠੀਕ ਹੈ। ਤੇ ਸਰ ਕਿਹੜੀ ਉਮਰ ਤੋਂ ਕਿਹੜੀ ਉਮਰ ਤੱਕ ਦੀਆਂ ਕੁੜੀਆਂ ਹੈ? ਸਭ ਤੋਂ ਛੋਟੀ ਜਾਂ ਸਭ ਤੋਂ ਘੱਟ ਉਮਰ ਦੀ ਕਿਹੜੀ ਬੱਚੀ ਹੈ? ਵੱਡੀ ਉਮਰ ਦੀ ਕਿਹੜੀ ਬੱਚੀ ਹੈ? ਕਿੰਨੇ ਕੋ ਏਜ ਗਰੁੱਪ ਦੇ ਬੱਚੇ ਤੁਹਾਡੇ ਕੋਲ ਹੈ? ਵੈਸੇ ਤਾਂ ਇੱਥੋਂ 0 ਤੋਂ ਲੈ ਕੇ ਸ਼ੁਰੂ ਹੋ ਜਾਂਦੇ ਬੱਚੇ, ਇੱਕ ਦਿਨ ਦੇ 2 ਦਿਨ ਦੇ ਬੱਚੇ ਵੀ ਆ ਜਾਂਦੇ। ਲੇਕਿਨ ਇਸ ਟਾਈਮ ਜਿਹੜੀ ਐਟ ਪ੍ਰੈਜ਼ੈਂਟ ਜਿਹੜੇ ਹੈਗੇ ਉਹ 2.5 ਸਾਲ ਦੀ ਬੱਚੀ ਹੈਗੀ, ਤੇ ਵੱਡੀ ਲੜਕੀ ਜਿਹੜੀ ਉਹ ਤਕਰੀਬਨ 22 ਸਾਲ ਦੀ ਹੈਗੀ। ਹਾਂਜੀ ਸਰ ਫਿਰ ਇੱਥੇ ਰਾਬਤਾ ਕਿਵੇਂ ਲੋਕ ਕਾਇਮ ਕਰਦੇ ਨੇ? ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਛੋਟੀਆਂ ਬੱਚੀਆਂ 2.5 ਸਾਲ ਦੀ ਵੀ ਹੈ, ਤੁਹਾਡੇ ਕੋਲ 1 ਦਿਨ ਦੀ ਵੀ ਆ ਜਾਂਦੀ ਹੈ ਬੱਚੀ, ਕੀ ਲੋਕੀ ਉਹਨਾਂ ਨੂੰ ਛੱਡ ਕੇ ਜਾਂਦੇ ਨੇ ਜਾਂ ਤੁਹਾਨੂੰ ਪਤਾ ਚੱਲਦਾ ਹੈ, ਸੂਚਨਾ ਮਿਲਦੀ ਹੈ ਕਿ ਕੋਈ ਕੁੜੀ ਛੱਡ ਗਿਆ ਹੈ? ਕਿਸ ਤਰ੍ਹਾਂ ਦੀਆਂ ਕੁੜੀਆਂ ਇਸ ਸੰਸਥਾ ਵਿੱਚ ਆਉਂਦੀਆਂ ਨੇ? ਨਹੀਂ, ਸਾਨੂੰ ਇਸ ਤਰ੍ਹਾਂ ਹੁੰਦਾ ਕਿ ਕੋਈ ਲੋਕੀ ਕਈ ਵਾਰੀ ਸਾਡੇ ਤੋਂ ਛੱਡ ਜਾਂਦੇ ਆ, ਹਸਪੀਟਲ ਛੱਡ ਗਏ, ਬਾਜ਼ਾਰ ਛੱਡ ਗਏ। ਅੱਛਾ। ਉਹ ਫਿਰ ਉਹਨਾਂ ਦੀ FIR ਹੋ ਜਾਂਦੀ ਹੈ। ਉਸ ਤੋਂ ਬਾਅਦ ਬੱਚੇ ਸਾਡੇ ਕੋਲ ਆ ਜਾਂਦੇ। ਸੈਕੰਡ ਇਹ ਜਿਹਨਾਂ ਦੀ ਕਈ ਵਾਰੀ ਮਾਂ-ਬਾਪ ਦੀ ਡੈਥ ਹੋ ਗਈ ਆ, ਰਿਸ਼ਤੇਦਾਰ ਕਹਿੰਦੇ ਅਸੀਂ ਨਹੀਂ ਰੱਖ ਸਕਦੇ, ਉਹ ਫਿਰ ਪੰਚਾਇਤ ਦੇ ਥਰੂ ਅਸੀਂ ਲੈ ਲੈਂਦੇ ਬੱਚਿਆਂ ਨੂੰ। ਥਰਡ ਸਾਡੇ ਕੋਲ ਸਿੰਗਲ ਪੇਰੈਂਟਸ ਬੱਚੇ ਆ, ਜਿੱਦਾਂ ਕਿ ਫਾਦਰ ਦੀ ਡੈਥ ਹੋ ਗਈ ਹੈ ਤੇ ਮਦਰ ਜਿਹੜੀ ਉਹਨੇ ਜਾਂ ਸੈਕੰਡ ਮੈਰਿਜ ਕਰਾ ਲਈ ਹੈ ਜਾਂ ਉਹ ਇਸ ਹਾਲ 'ਚ ਨਹੀਂ ਹੈ ਕਿ ਬੱਚੇ ਨੂੰ ਪੜ੍ਹਾ ਸਕੇ ਜਾਂ ਰੱਖ ਸਕੇ, ਉਹ ਫਿਰ ਅਸੀਂ ਬੱਚੇ ਰੱਖਦੇ ਹਾਂ। ਉਹ ਸਾਰਾ ਕੁਝ ਰਿਟਨ ਪ੍ਰੂਫ ਲੈ ਕੇ ਫਿਰ ਰੱਖਦੇ ਹਾਂ। ਤੇ ਸਰ ਤੁਸੀਂ ਇਹ ਦੱਸੋ ਕਿ ਤੁਸੀਂ ਕਾਫੀ ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹੋ, ਤੁਸੀਂ ਡਾਕਟਰੀ ਪੇਸ਼ੇ ਦੇ ਨਾਲ ਸੰਬੰਧਿਤ ਹੋ। ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਡਾਕਟਰ ਹੋ, ਵਧੀਆ ਤੁਹਾਡਾ ਆਪਣਾ ਘਰ ਪਰਿਵਾਰ ਚੱਲ ਰਿਹਾ ਹੈ ਤੇ ਤੁਸੀਂ ਇਹ ਕਿਹੜੇ ਕੰਮਾਂ 'ਚ ਪੈ ਗਏ? ਕਈ ਵਾਰੀ ਹੁੰਦੇ ਨੇ ਕਿ ਲੋਕੀ ਇੱਦਾਂ ਦੀਆਂ ਗੱਲਾਂ ਵੀ ਕਰਦੇ। ਇੱਦਾਂ ਕਦੀ ਹੋਇਆ ਹੈ ਕਿ ਲੋਕਾਂ ਨੇ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਕਿਹੜੇ ਕੰਮਾਂ 'ਚ ਲੱਗ ਗਏ? ਨਹੀਂ, ਹੁਣ ਨਹੀਂ ਕਹਿੰਦੇ, ਲੇਕਿਨ ਜਦ ਸਟਾਰਟਿੰਗ 'ਚ ਸੀ ਉਦੋਂ ਮੇਰੇ ਕੋਲ ਕੋਈ ਕਨਵਿੰਸ ਨਹੀਂ ਸੀਗੀ। ਮੇਰੀ ਆਪਣੀ ਗੱਡੀ ਸੀਗੀ, ਆਪਣਾ ਸਕੂਟਰ ਸੀਗਾ, ਸੰਸਥਾ ਦਾ ਕੁਝ ਨਹੀਂ ਸੀਗਾ। ਉਦੋਂ ਜਦ ਬੱਚੇ ਛੋਟੇ ਸੀ, ਕਈ ਵਾਰੀ ਮੈਂ ਉਹਨਾਂ ਨੂੰ ਖਿਡਾਉਣ ਲੈ ਜਾਣਾ, ਜਿਸ ਤਰ੍ਹਾਂ ਬਾਜ਼ਾਰ ਲੈ ਗਿਆ, ਉਹ ਇੱਕ ਸਕੂਟਰ 'ਤੇ 4-5 ਬੱਚੇ ਬਿਠਾ ਲੈਂਦਾ ਸੀਗਾ ਮੈਂ। ਤੇ ਮੇਰੇ ਯਾਰ ਦੋਸਤ ਵੀ ਕਈ ਵਾਰੀ ਮੈਨੂੰ ਮਜ਼ਾਕ ਕਰਦੇ ਸੀ, ਚਲੋ ਯਾਰ ਕੀ ਤੂੰ ਇਹ ਕਰੀ ਜਾਂਦਾ, ਬੱਚੇ ਸਾਰਾ ਦਿਨ ਕੁੜੀਆਂ ਨੂੰ ਲੈ ਕੇ ਬਾਜ਼ਾਰ 'ਚ ਘੁੰਮੀ ਜਾਂਦਾ ਬੱਚੇ ਨੂੰ, ਤੇ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਗੱਲਾਂ। ਤੇ ਲੇਕਿਨ ਹੁਣ ਨਹੀਂ, ਹੁਣ ਜਿਹੜੇ ਮੇਰੇ ਅੱਗੇ ਮੈਨੂੰ ਕਹਿੰਦੇ ਸੀ, ਮਜ਼ਾਕ ਵੀ ਕਰਦੇ ਸੀ, ਉਹ ਕਹਿੰਦੇ ਨਹੀਂ ਯਾਰ ਯੂ ਆਰ ਰਾਈਟ, ਤੁਸੀਂ ਠੀਕ ਹੈ। ਪਰਿਵਾਰ ਦਾ ਸਹਿਯੋਗ ਹਮੇਸ਼ਾ ਮਿਲਿਆ ਤੁਹਾਨੂੰ? ਹਾਂਜੀ, ਪੂਰਾ ਸਹਿਯੋਗ ਹੈ। ਮੇਰੇ ਮਾਤਾ ਜੀ ਦਾ ਪਹਿਲਾਂ ਬਹੁਤ ਸਹਿਯੋਗ ਸੀ, ਉਹ ਤਾਂ ਹੁਣ ਇਸ ਦੁਨੀਆ 'ਚ ਨਹੀਂ ਹੈਗੇ। ਤੇ ਬਾਕੀ ਮੇਰੀ ਵਾਈਫ ਦਾ, ਮੇਰੇ ਬੱਚਿਆਂ ਦਾ ਕਾਫੀ ਸਹਿਯੋਗ ਮਿਲਦਾ। ਤੁਸੀਂ ਇੱਥੇ ਕਾਫੀ ਬੱਚਿਆਂ ਨੂੰ ਪੜ੍ਹਾ ਰਹੇ ਹੋ,
ਤੇ ਕਾਫੀ ਦੇਰ ਦੀ ਸਾਂਭ ਸੰਭਾਲ ਕਰ ਰਹੇ ਹੋ। ਕੀ ਕੁੜੀਆਂ ਦੇ ਵਿਆਹ ਵੀ ਕੀਤੇ ਨੇ? ਕੋਈ ਇੰਨੀ ਵੱਡੀ ਹੋਈ ਹੈ ਕੁੜੀ ਕਿ ਜਿਸ ਦਾ ਵਿਆਹ ਕੀਤਾ ਹੋਵੇ? ਹਾਂਜੀ, ਮੈਂ ਹੁਣ ਤੱਕ ਅਸੀਂ 8 ਬੱਚਿਆਂ ਦਾ ਵਿਆਹ ਕਰ ਚੁੱਕੇ ਹਾਂ। ਅੱਛਾ। ਔਰ ਸਾਡਾ ਇਹ ਮਕਸਦ ਹੈ ਕਿ ਅਸੀਂ ਨਹੀਂ ਤਾਂ ਕਈ ਹੋਮ ਹੈਗੇ ਜਾਂ ਉਹਨਾਂ ਦਾ ਹੁੰਦਾ ਵੀ ਜਦੋਂ 18 ਸਾਲ ਦਾ ਬੱਚਾ ਹੋ ਗਿਆ ਵੀ ਤੁਸੀਂ ਹੁਣ ਜਾਓ, ਯੂ ਆਰ ਫਰੀ, ਤੁਸੀਂ ਆਪਣੇ ਜਿੱਥੇ ਰਹਿ ਸਕਦੇ ਜਾਂ ਜੌਬ ਕਰਨਾ ਕਰ ਸਕਦੇ ਹੋ। ਲੇਕਿਨ ਅਸੀਂ ਇਦਾਂ ਨਹੀਂ ਕਰਦੇ। ਸਾਡੇ ਮੈਂ ਹੁਣ ਤੱਕ 8 ਬੱਚੇ ਵਿਆਹੇ ਨੇ ਔਰ ਉਹਨਾਂ ਦੇ ਘਰ ਵੀ ਸਾਡਾ ਆਉਣਾ ਜਾਣਾ ਹੁਣ ਵੀ ਹੈਗਾ। ਜਿਸ ਤਰ੍ਹਾਂ ਕੋਈ ਬੱਚਾ ਦਾ ਜਨਮ ਹੋ ਗਿਆ ਕਿ ਜਾਂ ਉਹਨਾਂ ਨੂੰ ਅਸੀਂ ਜਿੱਦਾਂ ਪੇਕੇ ਘਰ ਸਾਰਾ ਕੁਝ ਦੇ ਕੇ ਆਉਂਦੇ ਹਾਂ ਵੀ ਉਹਨਾਂ ਦੀ ਸੱਸ ਨੂੰ ਵੀ ਕੱਪੜੇ, ਫਲਾਣੇ ਦੇ ਵੀ ਕੱਪੜੇ, ਘਿਓ ਰਲਾ ਕੇ ਦੇਣਾ ਜਾਂ ਜੋ ਉਹ ਸਾਰਾ ਕੁਝ ਅਸੀਂ ਕਰਕੇ ਆਉਂਦੇ। ਬਹੁਤ ਖੂਬ, ਠੀਕ ਹੈ। ਬਹੁਤ ਵਧੀਆ ਗੱਲ ਹੈ ਕਿ ਵਾਕਈ ਹੀ ਕੁੜੀਆਂ ਨੂੰ ਪਾਲਣਾ, ਉਹਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਸਰ ਉਹਨਾਂ ਨੂੰ ਸਿਰਫ ਇੱਥੇ ਪਾਲ ਪੋਸ ਹੀ ਨਹੀਂ ਰਹੇ, ਉਹਨਾਂ ਦੀ ਪੜ੍ਹਾਈ ਲਿਖਾਈ ਵੱਲ ਹੀ ਧਿਆਨ ਨਹੀਂ ਦੇ ਰਹੇ, ਬਲਕਿ ਇੱਕ ਪਿਓ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਪੂਰੀ ਤਰ੍ਹਾਂ ਨਿਭਾ ਰਹੇ ਨੇ ਕਿ ਉਹਨਾਂ ਕੁੜੀਆਂ ਦੇ ਵਿਆਹ ਵੀ ਕਰਵਾਏ ਜਾ ਰਹੇ ਨੇ ਅਤੇ ਨਾਲ ਹੀ ਉਹਨਾਂ ਨੂੰ ਪੇਕਿਆਂ ਦਾ ਸੁੱਖ ਜਿਹੜਾ ਹੈ ਉਹ ਇਸ ਸੰਸਥਾ ਵਿੱਚੋਂ ਮਿਲ ਰਿਹਾ ਹੈ। ਵਾਕਈ ਹੀ ਸ਼ਲਾਘਾਯੋਗ ਉਪਰਾਲਾ ਹੈ। ਸਰ ਤੁਸੀਂ ਸਾਡੇ ਮੀਡੀਆ ਜਾਂ ਸਾਡੇ ਚੈਨਲ ਦੇ ਮਾਧਿਅਮ ਨਾਲ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਬਸ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਇੱਕ ਤਾਂ ਹੈ ਕਿ ਸਾਡੀ ਸੰਸਥਾ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਇਹੋ ਜਿਹੇ ਬੱਚੇ ਹੈਗੇ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ, ਅਸੀਂ ਸੰਭਾਲ ਸਕੀਏ, ਉਹਨੂੰ ਚੰਗੀ ਐਜੂਕੇਸ਼ਨ ਦੇ ਸਕੀਏ। ਸੈਕਿੰਡ ਇਹ ਹੈ ਕਿ ਮੇਰੀ ਲੋਕਾਂ ਦੀ ਬੇਨਤੀ ਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ, ਧੀਆਂ ਨੂੰ ਸੜਕਾਂ ਉੱਤੇ, ਹਸਪਤਾਲਾਂ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਨਾ ਸੁੱਟੋ, ਕਿਉਂਕਿ ਜੇ ਕੋਈ ਮਜਬੂਰੀ ਹੈ, ਸਾਡੀ ਸੰਸਥਾ ਜੋਤੀ ਸਰੂਪ ਕਰਨੇ ਆਸਰਾ ਹੈ, ਰੰਧਾਵਾ ਰੋਡ ਖਰੜ 'ਤੇ ਹੈਗੀ। ਸਾਨੂੰ ਦੋ, ਅਸੀਂ ਸੰਭਾਲ ਲਾਂਗੇ, ਵਿਆਹ ਦਾਂਗੇ, ਪੜ੍ਹਾ ਦਾਂਗੇ, ਪਰ ਬੱਚਿਆਂ ਨੂੰ, ਲੜਕਿਆਂ ਦੀ ਨਕਦਰੀ ਨਾ ਕਰੋ। ਇਹ ਮੇਰੀ ਰਿਕੁਐਸਟ ਹੈਗੀ। ਬਹੁਤ ਵਧੀਆ। ਵਾਕਈ ਹੀ ਜੋ ਧੀਆਂ ਹੈ ਉਹ ਘਰ ਦੀਆਂ ਰੌਣਕ ਹੁੰਦੀਆਂ ਨੇ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਉਹਨਾਂ ਨੂੰ ਨਾ ਤਾਂ ਕੁੱਖ ਵਿੱਚ ਮਾਰਨਾ ਚਾਹੀਦਾ ਹੈ, ਨਾ ਹੀ ਸੜਕਾਂ 'ਤੇ ਰੁਲਣ ਲਈ ਛੱਡ ਦੇਣਾ ਚਾਹੀਦਾ ਹੈ। ਅਤੇ ਇਹ ਜੋ ਇੱਕ ਵਧੀਆ ਉਪਰਾਲਾ ਕਰ ਰਹੇ ਨੇ, ਜ਼ਰੂਰੀ ਹੈ ਕਿ ਅਸੀਂ ਸਾਰੇ ਇਹਨਾਂ ਦੇ ਨਾਲ ਜ਼ਰੂਰ ਜੁੜੀਏ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿੱਥੇ ਇਸ ਸੰਸਥਾ ਵਿੱਚ ਹਰ ਧੀ ਨੂੰ ਸੁੱਖ, ਸਹੂਲਤ ਤੇ ਸੁਵਿਧਾ ਦਿੱਤੀ ਜਾਂਦੀ ਹੈ, ਉੱਥੇ ਅਜਿਹਾ ਮਾਹੌਲ ਦਿੱਤਾ ਜਾਂਦਾ ਹੈ ਜਿਸ ਵਿੱਚ ਰਹਿ ਕੇ ਹਰ ਇੱਕ ਧੀ ਖੁਸ਼ੀ ਭਰੀ ਆਪਣੀ ਜ਼ਿੰਦਗੀ ਜੀ ਰਹੀ ਹੈ ਤੇ ਆਪਣੇ ਸੁਪਨਿਆਂ ਦੀ ਉਡਾਨ ਭਰ ਰਹੀ ਹੈ। ਇਹਨਾਂ ਦੇ ਚਿਹਰੇ ਦਾ ਹਾਸਾ, ਖੁਸ਼ੀ ਤੇ ਮਸਤੀ ਅਜਿਹੀ ਤਸਵੀਰ ਉਕਰ ਦਿੰਦੀ ਹੈ ਜਿਸ ਵਿੱਚ ਇਹੀ ਜਾਪਦਾ ਹੈ ਕਿ ਵਾਕਈ ਹੀ ਧੀਆਂ ਤੋਂ ਬਿਨਾਂ ਘਰ ਦਾ ਵਿਹੜਾ ਸੁੰਨਾ ਹੁੰਦਾ ਹੈ। ਵਾਕਈ ਹੀ ਦਰਸ਼ਕੋ, ਬਹੁਤ ਹੀ ਬਿਹਤਰੀਨ ਅਨੁਭਵ ਹੈ ਇਸ ਸੰਸਥਾ ਵਿੱਚ ਆ ਕੇ। ਇਸ ਸੰਸਥਾ ਦੇ ਵਿੱਚ ਇਹ ਧੀਆਂ ਦਾ ਪਰਿਵਾਰ ਹੈ। ਇੱਥੇ ਹਰ ਇੱਕ ਧੀ ਆਪਣੀ ਹੀ ਇੱਕ ਪਿਆਰੀ ਜ਼ਿੰਦਗੀ ਜੀ ਰਹੀ ਹੈ। ਇਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਹੈ, ਰੌਣਕ ਹੈ। ਸਭ ਤੋਂ ਛੋਟੀ ਧੀ ਹੈ ਇਸ ਪਰਿਵਾਰ ਦੀ। ਅਤੇ ਇੱਥੇ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇੱਥੇ ਜਿੰਨੀਆਂ ਵੀ ਕੁੜੀਆਂ ਨੇ ਉਹ ਡਾਕਟਰ ਹਰਮਿੰਦਰ ਸਿੰਘ ਨੂੰ ਪਾਪਾ ਕਹਿ ਕੇ ਬੁਲਾਉਂਦੀਆਂ ਨੇ, ਯਾਨੀ ਕਿ ਇਹਨਾਂ ਨੂੰ ਪੂਰਾ ਪਰਿਵਾਰ ਦਾ ਮਾਹੌਲ ਦਿੱਤਾ ਹੋਇਆ ਹੈ ਇਸ ਸੰਸਥਾ ਨੇ। ਅਤੇ ਅਸੀਂ ਇਹੀ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਇਹਨਾਂ ਕੁੜੀਆਂ ਦਾ ਇਹ ਪਰਿਵਾਰ ਹਮੇਸ਼ਾ ਹੀ ਖੁਸ਼ੀਆਂ ਅਤੇ ਖੇੜੇ ਵਿੱਚ ਰਹੇ। ਇਸੇ ਆਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।